ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 17ਵੀਂ ਤੇ ਪਦ 5ਵਾਂ ਵਿਚਾਰਨ ਜਾ ਰਹੇ ਹਾਂ। ਇਹ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇੰਨਾ ਸਿਆਣਾ ਇਸ ਧਰਤੀ ਉੱਤੇ ਨਹੀਂ ਜਿਹੜਾ ਗੁਰੂ ਮਹਾਰਾਜ ਦੀਆਂ ਰਮਜ਼ਾਂ ਨੂੰ ਸਮਝ ਸਕੇ। ਜਿੰਨੀ ਪਾਤਸ਼ਾਹ ਮਿਹਰ ਕਰਦੇ ਹਨ ਉਹਨਾਂ ਪ੍ਰਾਣੀ ਵਿਚਾਰ ਕਰਦਾ ਹੈ, ਬੋਲਦਾ ਹੈ, ਸੁਣਦਾ ਹੈ। ਪ੍ਰਾਣੀ ਦੇ ਵਿੱਚ ਕੋਈ ਵੀ ਕਪੈਸਿਟੀ ਨਹੀਂ ਹੈ, ਪ੍ਰਭੂ ਦੀ ਮਿਹਰ ਦੇ ਨਾਲ ਹੀ ਚੱਲਦਾ ਹੈ। ਗੁਰੂ ਪਿਆਰਿਓ, ਸੁਖਮਣੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਸੱਚੇ ਪਾਤਸ਼ਾਹ ਨੇ 24,000 ਅੱਖਰਾਂ ਦੀ ਵਰਤੋਂ ਕੀਤੀ ਹੈ। ਅਕਾਲ ਨੇ ਮਿਹਰ ਕੀਤੀ ਹੈ ਕਾਲ ਉੱਤੇ। ਇੱਕ ਆਰਜੀ ਨੇ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ ਤੇ ਸਦੀਵੀ ਦੇ ਅੱਗੇ ਪੇਸ਼ ਹੋ ਕੇ ਉਹਦਾ ਮਨ ਮੋਹ ਲਿਆ। ਸੱਚੇ ਪਾਤਸ਼ਾਹ ਨੇ ਇਹ ਪਿਆਰੀ ਵਿਧੀ ਆਪਣੇ ਸਿੱਖ ਨੂੰ ਸਮਝਾਈ ਹੈ ਕਿ ਪ੍ਰਾਣੀ, ਤੇਰੇ ਕੋਲ ਇੱਕੋ ਇੱਕ ਕਾਰਾਗਰੀ ਹੈ ਕਿ ਤੂੰ ਆਪਣੇ ਆਪ ਨੂੰ ਭੇਂਟ ਕਰ ਦੇ। 24,000 ਅੱਖਰ 8 ਹਰੇਕ ਅਸ਼ਟਪਦੀ ਦੇ ਭਾਗ ਜਾਣੀ ਪਦ 8 ਪਹਿਰਾਂ ਨੂੰ ਦਰਸਾਉਂਦੇ ਹਨ। ਦੂਸਰੇ ਪਾਸੇ ਦਿਨ ਰਾਤ 24 ਘੰਟੇ 8 ਪਹਿਰ ਇਨਸਾਨ ਦੀ ਮੁੱਢਲੀ ਕਿਰਿਆ ਸਮੇਂ ਦੀ ਨੂੰ ਪੇਸ਼ ਕਰਦੇ ਹਨ। ਸੱਚੇ ਪਾਤਸ਼ਾਹ ਨੇ ਸਮੇਂ ਨੂੰ ਪ੍ਰਾਣੀ ਦੇ ਲਈ ਮਹੱਤਵਪੂਰਨ ਬਣਾਉਣ ਦੇ ਲਈ ਹਰ ਸਵਾਸ ਪ੍ਰਭੂ ਦਾ ਨਾਮ ਲੈਣ ਦੇ ਲਈ ਪ੍ਰਾਣੀ ਨੂੰ ਸਮਝਾਇਆ ਹੈ। ਪ੍ਰਾਣੀ ਤੇ ਪ੍ਰਭੂ ਦਰਅਸਲ ਇੱਕੋ ਹੀ ਹਨ, ਭੇਦ ਕੋਈ ਨਹੀਂ ਹੈ, ਦੋਨਾਂ ਦੇ ਵਿੱਚ ਫਰਕ ਨਹੀਂ ਹੈ, ਹਮੇਸ਼ਾ ਇਕੱਠੇ ਹੀ ਰਹਿੰਦੇ ਹਨ ਗੂੜੇ ਸਾਥੀਆਂ ਦੇ ਵਾਂਗ। ਪਰ ਕਿਉਂਕਿ ਪ੍ਰਾਣੀ ਨੂੰ ਮਾਇਆ ਦਾ ਲੁਤਫ, ਉਹਦਾ ਟੇਸਟ ਪਤਾ ਚੱਲ ਗਿਆ ਹੈ ਅਤੇ ਉਹ ਆਪਣੇ ਸਦੀਵੀ ਸਾਥੀ ਵੱਲ ਮੂੰਹ ਵੀ ਨਹੀਂ ਕਰਦਾ, ਦੇਖਦਾ ਵੀ ਨਹੀਂ ਹੈ। ਉਹਨੇ ਆਪਣੀ ਹਉਮੈ ਦੀ ਕੰਧ ਵਿਚਕਾਰ ਉਸਾਰ ਲਈ ਹੈ। ਉਸ ਕੰਧ ਨੂੰ ਢਾਉਣ ਦੇ ਲਈ ਪ੍ਰਾਣੀ ਨੂੰ ਆਪਣੇ ਵਿੱਚੋਂ ਮੈਂ ਮੁਕਾਉਣੀ ਪਵੇਗੀ ਗੁਰੂ ਦੀ ਕਿਰਪਾ ਦੇ ਨਾਲ। 24 ਘੰਟੇ 24,000 ਸਵਾਸਾਂ ਨੂੰ ਹਰ ਸਵਾਸ ਦੇ ਉੱਤੇ ਵਾਹਿਗੁਰੂ ਦਾ ਨਾਂ ਲਿਖ ਦੇਵੇ। ਜਦੋਂ ਸਵਾਸ ਅੰਦਰ ਜਾਂਦਾ ਹੈ ਤਾਂ ਵਾਹਿਗੁਰੂ, ਜਦੋਂ ਬਾਹਰ ਨਿਕਲਦਾ ਹੈ ਤਦ ਵੀ ਵਾਹਿਗੁਰੂ। ਸਵਾਸ ਪ੍ਰਾਣੀ ਦੀ ਪੂੰਜੀ ਨਹੀਂ ਹਨ, ਨਾ ਹੀ ਪ੍ਰਾਣੀ ਦੀ ਮਰਜ਼ੀ ਨਾਲ ਉਹ ਚੱਲਦੇ ਹਨ, ਪ੍ਰਭੂ ਦੀ ਅਮਾਨਤ ਹਨ। ਜੇ ਪ੍ਰਭੂ ਨੂੰ ਪ੍ਰਭੂ ਦੇ ਸਵਾਸ ਭੇਂਟ ਕੀਤੇ ਜਾਣ ਉਹਦਾ ਨਾਂ ਲਿਖ ਕੇ ਤਾਂ ਅਤੀ ਪ੍ਰਸੰਨ ਹੋ ਜਾਵੇਗਾ ਅਤੇ ਇਨਸਾਨ ਨੂੰ ਸਦਾ ਦੇ ਲਈ ਅਮਰ ਬਣਾ ਦੇਵੇਗਾ। ਸੱਚੇ ਪਾਤਸ਼ਾਹ ਨੇ ਸੁਖਮਣੀ ਸਾਹਿਬ ਦੇ ਵਿੱਚ 3 ਪ੍ਰਮੁੱਖ ਵਿਸ਼ੇ ਚੁਣੇ ਹਨ। ਪਹਿਲਾ ਅਤੇ ਜਿਹੜਾ ਖਾਸ ਵਿਸ਼ਾ ਹੈ, ਪ੍ਰਭੂ ਦੀ ਮਹਿਮਾ, ਆਪਣੇ ਪ੍ਰੀਤਮ ਦੀ ਉਪਮਾ, ਉਹਦਾ ਪਿਆਰਾ ਗੀਤ, ਇਲਾਹੀ ਗੀਤ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਗਾਇਆ ਹੈ। ਦੂਸਰਾ
ਜਿਹੜਾ ਉਹਦਾ ਨਾਮ ਲੈਣ ਵਾਲੇ ਹਨ, ਉਹਨਾਂ ਦੀ ਇੰਨੀ ਉਪਮਾ ਕੀਤੀ ਹੈ, ਇੰਨੀ ਪ੍ਰਸ਼ੰਸਾ ਕੀਤੀ ਹੈ ਕਿ ਅਕਾਲ ਦੇ ਬਰਾਬਰ ਦਾ ਦਰਜਾ ਹੀ ਦੇ ਦਿੱਤਾ ਕਿ ਉਹ ਅਕਾਲ ਰੂਪ ਹਨ। ਬੇਸ਼ੱਕ ਉਹ ਸਰੀਰ ਦੇ ਵਿੱਚ ਹਨ, ਉਹਨਾਂ ਨੂੰ ਦੇਖਿਆ ਜਾ ਸਕਦਾ ਹੈ, ਉਹਨਾਂ ਦਾ ਸੰਗ ਪ੍ਰਾਪਤ ਕੀਤਾ ਜਾ ਸਕਦਾ ਹੈ, ਉਹਨਾਂ ਦੀ ਸੇਵਾ, ਉਹਨਾਂ ਦੀ ਟਹਿਲ ਕੀਤੀ ਜਾ ਸਕਦੀ ਹੈ। ਪ੍ਰਭੂ ਦਾ ਰੂਪ ਹੀ ਹਮੇਸ਼ਾ ਦੇ ਲਈ ਉਹਨਾਂ ਨੇ ਪ੍ਰਾਪਤ ਕਰ ਲਿਆ ਹੈ। ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਜਨ, ਉਹਨਾਂ ਨੂੰ ਸੇਵਕ, ਉਹਨਾਂ ਨੂੰ ਦਾਸ, ਉਹਨਾਂ ਨੂੰ ਗੁਲਾਮ ਕਹਿ ਕੇ ਨਵਾਜ਼ਿਆ ਹੈ। ਕਾਸ਼ ਕਿ ਉਹਨਾਂ ਦੇ ਚਰਨਾਂ ਦੀ ਧੂੜੀ ਮਿਲ ਜਾਵੇ ਤਾਂ ਪ੍ਰਾਣੀ ਦਾ ਜਨਮ ਮਰਨ ਦਾ ਬੰਧਨ ਕੱਟਿਆ ਜਾਵੇ। ਸੱਚੇ ਪਾਤਸ਼ਾਹ ਨੇ 5ਵੇਂ ਪਦ ਦੇ ਵਿੱਚ ਮਿਹਰ ਕੀਤੀ ਹੈ ਕਿ ਜੇ ਛੋਟੇ ਤੋਂ ਛੋਟਾ ਇਨਸੈਕਟ, ਕੀਟਾਣੂ ਉੱਤੇ ਸੱਚੇ ਪਾਤਸ਼ਾਹ ਦੀ ਮਿਹਰ ਹੋ ਜਾਵੇ ਤਾਂ ਉਹ ਫੌਜਾਂ ਨਾਲ ਟਕਰਾ ਸਕਦਾ ਹੈ, ਫੌਜਾਂ ਨੂੰ ਸੁਲਾ ਸਕਦਾ ਹੈ ਹਮੇਸ਼ਾ ਦੇ ਲਈ। ਰੱਤੀ ਭਰ ਕੀੜੀ, ਜੇ ਪਰਮਾਤਮਾ ਦੀ ਮਿਹਰ ਹੋ ਜਾਵੇ, ਕੀੜੀ ਤੁਲ ਨਾ ਹੋਵੀ ਜੇ ਤਿਸ ਮਨੋ ਨਾ ਵਿਸਰੇ। ਜੇ ਮਨ ਦੇ ਵਿੱਚ, ਛੋਟੀ ਜਿਹੀ ਕੀੜੀ ਦੇ ਵਿੱਚ ਪ੍ਰਭੂ ਵਸ ਗਿਆ ਤਾਂ ਉਹ ਤਾਕਤ ਤੋਂ ਤਾਕਤਵਰ ਹਾਥੀ ਵਰਗੇ ਦੈਂਤ ਜਾਨਵਰ ਨੂੰ ਡੇਗ ਸਕਦੀ ਹੈ, ਮਾਰ ਸਕਦੀ ਹੈ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਕਿ ਕੀੜੀ ਬੜੀ ਛੋਟੀ ਹੈ, ਬਹੁਤ ਹੀ ਛੋਟੀ ਹੈ, ਉਹਦੀ ਭਾਵਨਾ ਵੀ ਛੋਟੀ ਹੈ, ਉਹਦਾ ਹਿਰਦਾ ਮਿੱਠਾ ਹੈ, ਮਿਠਾਸ ਨਾਲ ਭਰਿਆ ਹੋਇਆ ਹੈ, ਅਤ ਸੂਖਮ ਹੈ। ਪ੍ਰਭੂ ਹਮੇਸ਼ਾ ਹੀ ਨੀਵਿਆਂ ਵੱਲ ਵਗਦਾ ਹੈ, ਥੱਲੇ ਵੱਲ ਬਹਿੰਦਾ ਹੈ, ਨੀਚਿਆਂ ਦਾ ਸਾਥੀ ਬਣਦਾ ਹੈ। ਉਹ ਕੀੜੀ ਉੱਤੇ ਡੁੱਲ ਜਾਂਦਾ ਹੈ ਕਿ ਮੇਰਾ ਗੀਤ ਗਾਉਂਦੀ ਹੈ, ਛੋਟਾ ਜਿਹਾ ਕੀਟ ਹੈ ਪਰ ਮੇਰਾ ਜਸ ਗਾਇਨ ਕਰ ਰਿਹਾ ਹੈ। ਪ੍ਰਭੂ ਦਾ ਮਨ ਉਹਦੇ ਉੱਤੇ ਅਤ ਪ੍ਰਸੰਨ ਹੋ ਜਾਂਦਾ ਹੈ। ਨੀਕੀ ਕੀਰੀ ਮੈਂ ਕੱਲ ਰਾਖੈ, ਜੇ ਪਰਮੇਸ਼ਰ ਵਾਹਿਗੁਰੂ ਆਪਣੀ ਸੱਤਿਆ, ਆਪਣੇ ਗੁਣ ਟਿਕਾ ਦੇਵੇ, ਆਪਣੀ ਸ਼ਕਤੀ ਕੀੜੀ ਦੇ ਵਿੱਚ ਟਿਕਾ ਦੇਵੇ ਤਾਂ ਕੀੜੀ ਬਲਵਾਨ, ਮਹਾਸ਼੍ਰੇਸ਼ਟ ਹੋ ਨਿਬੜੇਗੀ। ਵੱਡੇ ਵੱਡੇ ਹਜ਼ਾਰਾਂ ਫੌਜੀ, ਲਸ਼ਕਰ, ਕਰੋੜਾਂ ਬੰਦਿਆਂ ਦੇ ਜਿਹੜੇ ਲੜਨ ਦੇ ਸਮਰੱਥ ਹਨ, ਉਹਨਾਂ ਨੂੰ ਭੈ ਭੀਤ ਕਰ ਦੇਵੇਗੀ ਅਤੇ ਸਾਰੀਆਂ ਫੌਜਾਂ ਨੂੰ ਸਦਾ ਦੇ ਲਈ ਸੁਆ ਦੇਵੇਗੀ, ਭਸਮ ਸੁਆਹ ਕਰ ਦੇਵੇਗੀ। ਭਸਮ ਕਰੇ ਲਸ਼ਕਰ ਕੋਟ ਲਾਖੇ, ਜਿਹੜੇ ਕਰੋੜਾਂ ਬੰਦਿਆਂ ਦੀ ਫੌਜ ਨੂੰ ਤਬਾਹ ਕਰ ਸਕਦੀ ਹੈ, ਭਸਮ ਕਰ ਸਕਦੀ ਹੈ, ਸਿਰਫ ਤੇ ਸਿਰਫ ਪ੍ਰਭੂ ਦੀ ਮਿਹਰ ਦੇ ਨਾਲ। ਜਿਸ ਕਾ ਸਾਸ ਨਾ ਕਾਢਤ ਆਪ, ਤਾਂ ਕੋ ਰਾਖਤ ਦੇ ਕਰ ਹਾਥ। ਜਿਹਦਾ ਪਰਮੇਸ਼ਰ ਪਿਆਰਾ ਜੀਵਨ ਵਧਾਉਣਾ ਚਾਹੁੰਦਾ ਹੈ, ਮਕਾਉਣਾ ਨਹੀਂ ਚਾਹੁੰਦਾ, ਉਹਦੇ ਉੱਤੇ ਮਿਹਰਬਾਨ ਹੈ, ਡੁੱਲਿਆ ਹੋਇਆ ਹੈ ਸੁਆਮੀ, ਤਾਂ ਵੱਡੀ ਤੋਂ ਵੱਡੀ ਆਫਤ ਦੇ ਵਿੱਚੋਂ ਵੀ ਉਹਨੂੰ ਕੱਢ ਲੈਂਦਾ ਹੈ। ਮਿਸਾਲ ਵਜੋਂ ਪ੍ਰਹਲਾਦ ਭਗਤ, ਛੋਟਾ ਜਿਹਾ ਬਾਲਕ,
6-7 ਸਾਲ ਦੀ ਉਮਰ ਪਿਓ ਹੰਕਾਰੀ ਹਰਨਾਕਸ਼ ਆਪਣੇ ਆਪ ਨੂੰ ਭਗਵਾਨ ਸਿੱਧ ਕਰਨਾ ਚਾਹੁੰਦਾ ਹੈ, ਪਰ ਉਹਦੇ ਘਰ ਦੇ ਵਿੱਚ ਬੈਠਾ ਉਹਦਾ ਪੁੱਤਰ ਰਾਮ ਨੂੰ ਰੱਬ ਮੰਨਦਾ ਹੈ ਕਿ ਮੇਰਾ ਪਿਓ ਇੱਕ ਸਧਾਰਨ ਪ੍ਰਾਣੀ ਹੈ। ਇਹ ਖਿਝ ਕੱਢਣ ਦੇ ਲਈ ਹਰਨਾਕਸ਼ ਨੇ ਆਪਣੀ ਭੈਣ ਨੂੰ, ਜਿਹਦੇ ਕੋਲ ਕਈ ਕਲਾ ਪ੍ਰਭੂ ਨੇ ਦਿੱਤੀਆਂ ਸਨ, ਕਿ ਤੂੰ ਅੱਗ ਦੇ ਵਿੱਚ ਲੈ ਕੇ ਇਹਨੂੰ ਬੈਠ ਜਾ। ਇਹ ਮੇਰਾ ਪੁੱਤਰ ਨਹੀਂ ਹੈ, ਇਹ ਮੇਰਾ ਦੁਸ਼ਮਣ ਹੈ, ਇਹ ਮੇਰਾ ਵਿਰੋਧ ਕਰਦਾ ਹੈ। ਜਿਹੜਾ ਮੈਂ ਪਰਜਾ ਉੱਤੇ ਕਾਨੂੰਨ ਥੋਪਿਆ ਹੈ ਕਿ ਮੈਨੂੰ ਰੱਬ ਕਹੋ, ਮੈਂ ਸਮਰੱਥ ਹਾਂ, ਮੈਂ ਭਗਵਾਨ ਹਾਂ, ਇਹ ਮੇਰਾ ਪੁੱਤਰ ਮੇਰਾ ਹੀ ਵਿਰੋਧ ਕਰਦਾ ਹੈ। ਇਹਦਾ ਇਸ ਧਰਤੀ ਉੱਤੇ ਰਹਿਣਾ ਹੱਕ ਖਤਮ ਹੋ ਚੁੱਕਿਆ ਹੈ। ਮੇਰੀਏ ਭੈਣੇ, ਤੂੰ ਸੜੇਗੀ ਨਹੀਂ ਅੱਗ ਦੇ ਵਿੱਚ, ਪਰ ਇਹ ਮੇਰਾ ਦੁਸ਼ਮਣ ਪੁੱਤਰ ਮੁੱਕ ਜਾਵੇਗਾ। ਪ੍ਰਭੂ ਬੇਅੰਤ ਸੀ। ਉਹਨੇ ਪ੍ਰਹਲਾਦ ਨੂੰ ਭੇਜਿਆ ਹੀ ਇਸ ਕਰਕੇ ਸੀ ਕਿ ਜਾ ਤੂੰ ਆਪਣੇ ਬਾਪ ਦਾ ਹੰਕਾਰ ਖਤਮ ਕਰਨ ਦੇ ਲਈ ਸਮਰੱਥ ਹੈ, ਮੈਂ ਤੇਰੀ ਸਹਾਇਤਾ ਕਰਾਂਗਾ। ਅਗਨੀ ਦੇ ਵਿੱਚ ਬੈਠੀ ਭੈਣ ਹਰਨਾਕਸ਼ ਨੂੰ ਨਾ ਮਾਰ ਸਕੀ, ਭਸਮ ਹੋ ਗਈ। ਗੁਰੂ ਪਿਆਰਿਓ, ਜਿਹਨੂੰ ਉਹ ਰੱਖਣਾ ਚਾਹੁੰਦਾ ਹੈ ਉਹਨੂੰ ਪੂਰਾ ਸੁਰੱਖਿਅਤ ਰੱਖਦਾ ਹੈ, ਆਪਣਾ ਹੱਥ ਦੇ ਕੇ ਰੱਖਦਾ ਹੈ। ਉਹਦਾ ਕੋਈ ਬਾਲ ਵੀ ਬਿੰਗਾ ਨਹੀਂ ਕਰ ਸਕਦਾ। ਮਾਨਸ ਜਤਨ ਕਰਤ ਬਹੁ ਭਾਤ, ਤਿਸਕੇ ਕਰਤਬ ਬਿਰਥੇ ਜਾਤ। ਬੰਦਾ ਆਪਣੀ ਆਕੜ ਕਰਕੇ ਟੱਕਰਾਂ ਮਾਰਦਾ ਰਹਿੰਦਾ ਹੈ। ਸਵੇਰ ਤੋਂ ਸ਼ਾਮ ਤੱਕ ਮੈਂ ਇਹ ਕਰਨ ਯੋਗ ਹਾਂ, ਮੇਰੇ ਕੋਲ ਬਹੁਤ ਤਰੀਕੇ ਹਨ, ਮੇਰੇ ਕੋਲ ਬਹੁਤ ਉਪਰਾਲੇ ਹਨ, ਮੈਂ ਬਚਾਅ ਕਰ ਸਕਦਾ ਹਾਂ। ਉਹਦੀ ਆਪਣੀ ਮੈਂ ਦੀ ਸੋਚ ਹੈ। ਦਰਅਸਲ ਪ੍ਰਭੂ ਹਰ ਕਿਸੇ ਦੀ ਸਾਰ ਆਪ ਹੀ ਲੈਂਦਾ ਹੈ। ਪ੍ਰਾਣੀ ਦੇ ਕੋਲ ਕੁਝ ਵੀ ਨਹੀਂ ਹੈ ਮੈਂ ਤੋਂ ਬਿਨਾਂ। ਮੈਂ ਉਹ ਤਿਆਗਣੀ ਨਹੀਂ ਚਾਹੁੰਦਾ, ਕਿਉਂਕਿ ਮਾਇਆ ਦੇ ਨਸ਼ੇ ਦੇ ਉੱਤੇ ਲੱਗ ਚੁੱਕਿਆ ਹੈ। ਉਹਨੂੰ ਇਹ ਪਤਾ ਹੈ ਕਿ ਮੇਰੇ ਅੰਦਰ ਮੈਂ ਜ਼ਹਿਰ ਹੈ, ਮੈਨੂੰ ਤਬਾਹ ਕਰ ਰਹੀ ਹੈ। ਫਿਰ ਵੀ ਦੁਨਿਆਵੀ ਨਸ਼ੇ ਕਰਨ ਵਾਲੇ ਪ੍ਰਾਣੀ ਦੀ ਤਰ੍ਹਾਂ ਦੁਬਾਰਾ ਮੈਂ ਨੂੰ ਅਪਣਾਈ ਜਾਂਦਾ ਹੈ। ਮਨ ਬਣਾਉਂਦਾ ਹੈ ਗੁਰੂ ਦੀ ਕਿਰਪਾ ਦੇ ਨਾਲ, ਛੱਡਣਾ ਚਾਹੁੰਦਾ ਹੈ, ਨਿਕਲਣਾ ਚਾਹੁੰਦਾ ਹੈ ਬਾਹਰ, ਪਰ ਨਹੀਂ ਨਿਕਲ ਸਕਦਾ। ਫਿਰ ਮੁੜ ਕੇ ਉਸੇ ਮੈਂ ਦੇ ਚੱਕਰ ਦੇ ਵਿੱਚ ਫਸ ਜਾਂਦਾ ਹੈ। ਗੁਰੂ ਪਿਆਰਿਓ, ਇਹ ਸੁਭਾਵਕ ਹੈ। ਦੁਨੀਆ ਦੇ ਵਿੱਚ ਤਮਾਮ ਇੰਸਟੀਟਿਊਸ਼ਨਸ, ਸੰਸਥਾਵਾਂ ਜਿਹੜੀਆਂ ਪ੍ਰਾਣੀਆਂ ਦੇ ਦੁਨਿਆਵੀ ਨਸ਼ੇ ਛਡਾਉਂਦੀਆਂ ਹਨ, ਉਹਨਾਂ ਨੂੰ ਭਲੀ ਭਾਂਤ ਪਤਾ ਹੈ ਕਿ ਦੁਬਾਰਾ ਉਹੀ ਪ੍ਰਾਣੀ ਉਸ ਨਸ਼ੇ ਨੂੰ ਲੱਗ ਜਾਂਦੇ ਹਨ। ਹੈਬਿਟ, ਜਿਹੜੀ ਆਦਤ ਹੈ, ਮਨ ਦੇ ਵਿੱਚੋਂ ਕੱਢਣੀ ਬਹੁਤ ਮੁਸ਼ਕਿਲ ਹੈ। ਜਿਹਨੂੰ ਮੈਂ ਦਾ ਨਸ਼ਾ ਪ੍ਰਾਪਤ ਹੋ ਗਿਆ, ਉਹ ਪ੍ਰਭੂ ਦਾ ਸ਼ਰੀਕ ਬਣਦਾ, ਕਦੇ ਵੀ ਨਹੀਂ ਪਿੱਛੇ ਹਟਦਾ, ਟੱਕਰਾਂ ਮਾਰਦਾ ਰਹਿੰਦਾ ਹੈ ਪ੍ਰਭੂ ਦੇ ਬਰਾਬਰ ਦਾ ਸ਼ਰੀਕ ਬਣ ਕੇ। ਨਵੇਂ ਡਰਾਮੇ, ਨਵੇਂ ਤਰੀਕੇ ਅਪਣਾਉਂਦਾ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਮਾਨਸ ਜਤਨ ਕਰਤ ਬਹੁ ਭਾਂਤ,
ਬਹੁਤ ਸਾਰੇ ਤਰੀਕੇ ਆਪਣੇ ਆਪ ਨੂੰ ਵੱਡਾ ਦਿਖਾਉਣ ਦੇ ਲਈ, ਗਿਆਨੀ ਦਿਖਾਉਣ ਦੇ ਲਈ, ਧਿਆਨੀ ਦਿਖਾਉਣ ਦੇ ਲਈ ਲੱਗਿਆ ਰਹਿੰਦਾ ਹੈ। ਪਰ ਉਹਨੂੰ ਝੱਲੇ ਨੂੰ ਇਹ ਨਹੀਂ ਪਤਾ ਕਿ ਮੇਰੇ ਹੱਥ ਦੇ ਵਿੱਚ ਕੁਝ ਵੀ ਨਹੀਂ, ਮੈਂ ਕੁਝ ਵੀ ਕਰਨ ਯੋਗ ਨਹੀਂ। ਮਾਰੇ ਨਾ ਰਾਖੇ ਅਵਰ ਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ। ਜੰਮਣਾ ਤੇ ਮਰਨਾ ਪ੍ਰਭੂ ਦੇ ਹੱਥ ਵਿੱਚ ਹੈ। ਹੋਰ ਕੋਈ ਵੀ ਇਹਦੇ ਸਮਰੱਥ ਨਹੀਂ ਹੈ ਕਿ ਜੀਵਨ ਦੇ ਸਕੇ। ਜੀਵਨ ਪ੍ਰਭੂ ਦੀ ਦਾਤ ਹੈ। ਮਿਹਰ ਹੋਏ, ਦਿਆਲੂ ਹੋਏ, ਕਿਰਪਾਲੂ ਹੋਏ ਦਾਤੇ ਦੀ ਬਖਸ਼ਿਸ਼ ਹੈ। ਉਹੀ ਰੱਖਦਾ ਹੈ, ਉਹੀ ਮਾਰਦਾ ਹੈ। ਦੂਜਾ ਕੋਈ ਉਹਦੇ ਬਰਾਬਰ ਦਾ ਨਹੀਂ ਹੈ। ਉਹਦਾ ਕਿਸੇ ਦੇ ਨਾਲ ਮੁਕਾਬਲਾ ਕੀਤਾ ਹੀ ਨਹੀਂ ਜਾ ਸਕਦਾ। ਸਾਰੀ ਸ੍ਰਿਸ਼ਟੀ ਦੇ ਪ੍ਰਾਣੀਆਂ ਨੂੰ ਪੈਦਾ ਕਰਦਾ ਹੈ, ਫਿਰ ਉਹਨਾਂ ਨੂੰ ਪਾਲਦਾ ਹੈ, ਉਹਨਾਂ ਨੂੰ ਅਪਾਉਂਦਾ ਹੈ, ਉਹਨਾਂ ਨੂੰ ਵਧਾਉਂਦਾ ਹੈ, ਫਿਰ ਉਹਨਾਂ ਨੂੰ ਖਪਾਉਂਦਾ ਹੈ। ਇਹ ਪ੍ਰਭੂ ਦਾ ਕਰਤੱਵ ਹੈ। ਪ੍ਰਭੂ ਖੁਸ਼ ਹੁੰਦਾ ਹੈ ਆਪਣੇ ਕਰਤੱਵ ਨੂੰ ਕਰਕੇ। ਜੇ ਪ੍ਰਾਣੀ ਉਸੇ ਕਰਤੱਵ ਨੂੰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਨਹੀਂ ਕਰ ਸਕਦਾ। ਨਿਸਫਲ ਹੋ ਜਾਂਦਾ ਹੈ, ਫੇਲ ਹੋ ਜਾਂਦਾ ਹੈ, ਅਤੇ ਉਹਦੇ ਸਾਰੇ ਦੇ ਸਾਰੇ ਕਰਤੱਵ ਉਪਰਾਲੇ ਅਜਾਈ ਚਲੇ ਜਾਂਦੇ ਹਨ। ਮਾਰੇ ਨਾ ਰਾਖੇ ਅਵਰ ਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ। ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਬਡਾਣੀ। ਭੋਲਿਆ ਪ੍ਰਾਣੀਆਂ, ਜਦ ਤੇਰੇ ਵਿੱਚ ਕੋਈ ਸ਼ਕਤੀ ਹੀ ਨਹੀਂ, ਤੇਰੇ ਵਿੱਚ ਯੋਗਤਾ ਹੀ ਨਹੀਂ, ਤੂੰ ਚੱਲਿਆ ਹੋਇਆ ਪ੍ਰਭੂ ਦਾ ਖਿਡੌਣਾ ਹੈ, ਜਿਹਨੂੰ ਰਿਮੋਟ ਕੰਟਰੋਲ ਵਾਂਗੂ ਉਹ ਚਲਾਉਂਦਾ ਹੈ। ਫਿਰ ਤੇਰੇ ਵਿੱਚ ਇਹ ਸੋਚ ਕਿੱਥੋਂ ਆ ਗਈ ਕਿ ਮੈਂ ਬਰਾਬਰਤਾ ਕਰ ਸਕਦਾ ਹਾਂ ਆਪਣੇ ਪ੍ਰੀਤਮ ਦੀ? ਤੂੰ ਇਹ ਸੋਚ ਕੇ ਕਿਉਂ ਪਾਗਲ ਹੁੰਦਾ ਹੈ? ਤੂੰ ਤਾਂ ਜਾਣ ਵਾਲਾ ਹੈ। ਤੂੰ ਕਿਉਂ ਫਿਕਰ ਕਰਦਾ ਹੈ? ਅੰਦੇਸ਼ਾ ਕਿਉਂ ਕਰਦਾ ਹੈ? ਉਹ ਆਰਜੀ ਕਿਸਮ ਦੇ ਬੰਦੇ, ਜਪ ਨਾਨਕ ਪ੍ਰਭ ਅਲਖ ਬਡਾਲੀ। ਉਸ ਪ੍ਰੀਤਮ ਦਾ, ਉਸ ਸੱਚੇ ਪਾਤਸ਼ਾਹ ਦਾ ਧੰਨਵਾਦ ਕਰ, ਸ਼ੁਕਰਾਨਾ ਕਰ, ਜਿਹਨੇ ਤੈਨੂੰ ਜਨਮ ਦਿੱਤਾ ਹੈ, ਜਿਹਨੇ ਤੈਨੂੰ ਅਪਾਇਆ ਹੈ। ਉਸ ਅਡਿਟ ਅਚਰਜ ਪ੍ਰੀਤਮ ਦਾ ਸ਼ੁਕਰਾਨਾ ਕਰਦਾ ਰਹੇ, ਉਹਦਾ ਨਾਮ ਜਪਦਾ ਰਹੇ। ਉਹ ਅਵਸ਼ ਹੀ ਤੇਰੇ ਉੱਤੇ ਮਿਹਰ ਕਰੇਗਾ, ਤੈਨੂੰ ਬਚਾ ਲਵੇਗਾ। ਤੂੰ ਝੂਠਾ ਯਤਨ ਕਰਕੇ ਉਹਦੇ ਨਾਲ ਮੁਕਾਬਲਾ ਜਾਂ ਉਹਦੇ ਭੇਦ ਲੱਭਣੇ, ਇਹ ਆਪਣੀ ਆਦਤ ਤਿਆਗ ਦੇ। ਤੇਰੇ ਪੱਲੇ ਕੁਝ ਵੀ ਨਹੀਂ ਹੈ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਹੈ ਕਿ ਉਹਦੀ ਗ੍ਰੇਸ, ਉਹਦੀ ਮਿਹਰ ਨਾਲ ਸਾਰਾ ਸਿਸਟਮ ਚੱਲ ਰਿਹਾ ਹੈ। ਆਪਾਂ ਇੱਕ ਵਾਰ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਹੈ। ਨੇਕੀ ਕੀਰੀ ਮੈਂ ਕੱਲ ਰਾਖੇ, ਭਾਸਮ ਕਰੇ ਲਸ਼ਕਰ ਕੋਟ ਲਾਖੇ। In God, if God infuses his might in the tiny ant, it can reduce to the ashes army of millions of men. How wonderful!
Grace is the real power. Mercy is the real power. And mercy is given only to the small, only to the needy, only to the egoless. Mercy and grace is not on sale. Then everybody can buy it. Mercy and grace is the gift of God, only given to the desired one, needy one. So if Ant praises the Lord from heart, then God is graceful, God is merciful, and put his hand on the ant and give his energy, then how wonderful, strong ant becomes. Millions of men's force can be defeated by ant, very small insect. जिसका सांस न काटत आप ताको राखत देकर हाथ. If God don't want somebody die, it's not right time, then he will come himself to save that person. If somebody try to kill the human without any reason and God don't like it, God can save that person. Too many people tried to become a God. Like example, Ravana, who was emperor of Lanka, and he finally had fight with Ram and were killed in the battlefield. But he was so meditator one time that he meditated, got the blessing of God, that he will not die neither in day or night. Poor Ravana forgot there is a time between day and night. There is some time. So God chooses him to kill that particular time with Rama's arrow. Same thing Harnaksha, the father of Prahlad, became a god. He even declared too many people tried on this earth to become God. Harnaksha failed very bad. His own son Prahlad did not accept that he was God. God don't come in mother's mom. God don't have no body, he don't need it. He can create the body and bodies in a blink of eyes. Why he need to become a particular body? So Harnaksha declared himself and his little son challenged him. Finally, father tried every effort to kill him, could not kill him because God didn't want him to die. God wanted Harnaksha to die. So he always gave his hand to save Prahlad, and finally he killed Harnaksha. That happened all the time. On this 21st century, you see there are too many gods. People name themselves God, Bhagavan, Ishwarji. They name themselves. What difference makes you can name yourself anything? You can call yourself, you can tell the people to call you Ishwar, to call you Bhagavan. You are not going to become Bhagavan. First mistake you have, you are in a body. God don't like to put himself in a body. So if you are lucky enough, why he sent you in a flesh and bones? You could stay in spirit. So now you are competing with him like tiny ant.
If God gives the grace to the ant can kill millions of the soldiers. But in this case, God don't want to keep this person going, so he will not help. But he want to save like Prahlad. No fire can burn him. मांस जतन कर्तव्य भांत तिसके कर्तव्य व्यर्थे जात. We see all the time. Human have ego in his mind. He got God's image in his mind. Human is universe. One human body is brought like universe. Jo brahminde soi pinde. One small body is powerful like universe. That's the way God created. And human basically smell that power in him. And like deer have kasturi in his head, he wanders, runs very fast. His mind goes up and down. He think he's God. That's foolishness. He try, every time he fails. Everything goes in vain. मानस जतन कर्तव्य भांत तिसके कर्तव्य बिरथे जात. मारे ना राखे अवर ना कोय सर्व जिया का राखा सोए. Life and death is in the hands of God only. He can give life to the dying person. He can revive breathless person. He can make crippled person to walk. That's all very little tiny issues for him. If he can make planet Earth to dance, run on very high speed, and he can establish the sun in the middle of nowhere, and he can create millions, jillions of planets. What is the big deal in a dead body to revive? That God can do. But that is only his power. If somebody try to compete, always fail. There is nobody else. There is no other competition. There is no other substitute. So why? Mr. Human Being, what are you thinking about? You are upset. You are wondering. Your mind is not fixed. You don't have no comfort. You are full of anxiety. Oh, fool person. Give up. The thinking you give up. Your stress is not going to go away. You live on every day on the grace of God. You think you are something, but you are not anything. So keep remembering Lord and give up this nonsense feeling that you are capable. You are not capable, you are incapable without His grace. So basically you came on this planet to remember Him and do the well for other people. Jap Nanak Prabh Alkh Badani. You just recite. You just remember God. That is the biggest achievement for you. And you will be successful. Your Father give the grace and you are successful to have the grace. He is kind enough to forgive you, to forgive your pride, which you always use to compete with Him. Your ego is the biggest enemy of you. Give up. Give up. That's the big achievement you have.
and He is so kind. If you give up, He prevails in you. ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਵੱਡੀ ਸਮੱਸਿਆ ਇਨਸਾਨ ਦੀ ਉਹਦੀ ਮੈਂ ਹੈ। ਦਰਅਸਲ ਸਾਰੇ ਦੇ ਸਾਰੇ ਗੁਰੂ ਗ੍ਰੰਥ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 1430 ਅੰਗ ਇਹੀ ਸਾਨੂੰ ਸਮਝਾ ਰਹੇ ਹਨ ਕਿ ਪ੍ਰਭੂ ਤੇਰੇ ਵਿੱਚ ਹੈ ਪ੍ਰਾਣੀ, ਆਲਵੇਜ਼ ਲਿਵ ਵਿਦ ਯੂ। To find him, you need to give yourself up. You need to kill yourself, your ego, not the body. Body is a temple where you prevail, is a tool for you to use. Why you kill the body? Just kill yourself, ego. When you become egoless, then he prevails in you. The worldly bodies you carry all the time with you, they will be destroyed. They will be filled with nectar, because your kindness, your humbleness, your minus ego system, God will prevail in you. You will be given all the grace similar to the little ant. When little ant won the heart of the Lord, she became very, very powerful. God is so capable and biggest protection for you. You depend on the people to help. Why you don't try? Come back to reality. Depend on God. Guru Pyareo, formula is to minus yourself. ਜੇ ਅਸੀਂ ਕਹਿੰਦੇ ਹਾਂ ਕਿ ਮੈਂ ਇਹ ਕੀਤਾ, ਮੈਂ ਇਹ ਕਰਨ ਯੋਗ ਹਾਂ, ਮੇਰੇ ਕੋਲ ਗਿਆਨ ਹੈ, ਮੇਰੇ ਕੋਲ ਪਦਾਰਥ ਹੈ, ਮੇਰੇ ਕੋਲ ਅਕਲ ਹੈ, ਮੇਰੇ ਕੋਲ ਪੈਸਾ ਹੈ, ਇਹ ਮੈਂ ਹੈ। ਜਿਸ ਤਰ੍ਹਾਂ ਤੁਸੀਂ ਕੋਈ ਕਾਰੋਬਾਰ ਚਲਾਉਂਦੇ ਹੋ, ਦੁਕਾਨ ਚਲਾਉਂਦੇ ਹੋ, ਸਟੋਰ ਦੇ ਮਾਲਕ ਹੋ, ਕੋਈ ਵੀ ਧੰਦਾ, ਕੋਈ ਵੀ ਵਪਾਰ ਕਰਦੇ ਹੋ, ਉਹਨੂੰ ਆਪ ਚਲਾਉਂਦੇ ਹੋ, ਉਸੇ ਤਰ੍ਹਾਂ ਤੁਸੀਂ ਆਪਣੇ ਮਨ ਨੂੰ, ਆਪਣੀ ਮੈਂ ਨੂੰ ਸਾਰਾ ਦਿਨ ਨਚਾਉਂਦੇ ਹੋ। ਸੱਚੇ ਪਾਤਸ਼ਾਹ ਸਮਰਪਣ ਦੀ ਗੱਲ ਕਰ ਰਹੇ ਨੇ। Give up. Everything will be same but not easier. ਸਾਰਾ ਕੁਛ ਉਸੇ ਤਰ੍ਹਾਂ ਹੀ ਰਹੇਗਾ, ਸਿਰਫ ਤੇ ਸਿਰਫ ਆਪਣੀ ਮੈਂ ਨੂੰ ਛੱਡ ਕੇ ਪ੍ਰਭੂ ਦਾ ਕਿਰਪਾ, ਪ੍ਰਭੂ ਦੀ ਮਿਹਰ ਸਰੀਰ ਦੇ ਵਿੱਚ ਪ੍ਰਵੇਲ ਕਰ ਜਾਵੇਗੀ ਤੇ ਡਰ ਚੱਕਿਆ ਜਾਵੇਗਾ। ਡਰ ਦੇ ਵਿੱਚ ਭਗਤੀ ਕੌਣ ਕਰ ਸਕਦਾ ਹੈ? ਡਰ ਦੇ ਵਿੱਚ ਤਾਂ ਨੀਂਦ ਵੀ ਨਹੀਂ ਆਉਂਦੀ। ਉਹ ਨੀਂਦ ਜਿਹਦੇ ਵਿੱਚ ਪ੍ਰਭੂ ਨੂੰ ਮਿਲਣਾ ਹੈ, ਉਹਨੂੰ ਪਾਉਣਾ ਹੈ, ਉਹ ਡਰ ਦੇ ਵਿੱਚ ਕਿੱਥੋਂ ਆ ਜਾਵੇਗੀ? ਸਭ ਤੋਂ ਪਹਿਲਾਂ ਉਹਦੀ ਕਿਰਪਾ ਦੇ ਨਾਲ ਮਨ ਦੇ ਡਰ ਨੂੰ, ਮਨ ਦੀ ਭੈ ਨੂੰ ਦੂਰ ਕਰਨਾ ਅਵੱਸ਼ ਹੈ, ਕਿਉਂਕਿ ਉਹ ਫੀਅਰਲੈਸ ਹੈ, ਉਹ ਐਨਮੀਲੈਸ ਹੈ। ਉਹਨੂੰ ਪਤਾ ਹੈ ਕਿ ਕਿਸ ਤਰ੍ਹਾਂ ਭੈ ਨੂੰ ਦੂਰ ਕਰਨਾ ਹੈ, ਕਿਸ ਤਰ੍ਹਾਂ ਭੈ ਦਾ ਖਾਤਮਾ ਕਰਨਾ ਹੈ। ਪ੍ਰੀਤਮ ਪਿਆਰੇ ਨੂੰ ਪੂਰੀ ਤਰ੍ਹਾਂ ਗਿਆਤ ਹੈ ਕਿ ਤੇਰੀ ਮੈਂ ਨੂੰ ਵੀ ਕਿਵੇਂ ਮੁਕਾਉਣਾ ਹੈ। Only thing you have to do, just give yourself in his feet. ਆਪਣੇ ਆਪ ਨੂੰ ਭੇਟ ਕਰਦੇ ਪ੍ਰਾਣੀ, ਢੇਰੀ ਕਰਦੇ। ਤੇਰੀ ਵੱਡੀ ਬਦਕਿਸਮਤੀ ਹੈ, ਜਦ ਤੂੰ ਮੱਥਾ ਟੇਕਦਾ ਤੂੰ ਬੜਾ ਚਲਾਕ ਹੈ,
ਮਿਸਟਰ ਹਿਊਮਨ ਬੀਇੰਗ, ਯੂ ਆਰ ਵੈਰੀ ਕਲੈਵਰ। ਬਹੁਤ ਚਲਾਕ ਹੈ। ਤੈਂ ਮੱਥਾ ਵੀ ਆਪਣੇ ਹਿਸਾਬ ਦਾ ਬਣਾ ਲਿਆ। ਫਿਰ ਜਿਹੜੇ ਅਲਫਾਜ਼, ਜਿਹੜੀ ਵਕੈਬਲਰੀ ਵਰਤਦਾ ਉਹ ਤੇਰੀ ਆਪਣੀ ਹੀ ਘੜੀ ਹੋਈ ਹੈ। ਤੂੰ ਪੂਰੀ ਤਰ੍ਹਾਂ ਦੁਨੀਆ ਨੂੰ ਦਿਖਾਉਣ ਦੇ ਲਈ ਢੇਰੀ ਹੋ ਜਾਂਦਾ। ਬਹੁਤ ਸੋਹਣਾ ਨਾਟਕ ਕਰਦਾ ਮੱਥਾ ਟੇਕਣ ਦਾ, ਪਰ ਫਿਰ ਉੱਥੋਂ ਆਪਣੇ ਆਪ ਨੂੰ, ਆਪਣੀ ਮੈਂ ਨੂੰ ਬਚਾ ਲੈਂਦਾ। ਕਿੰਨਾ ਹੁਸ਼ਿਆਰ ਹੈ। ਤੂੰ ਚਾਹੁੰਦਾ ਨਹੀਂ ਪ੍ਰਭੂ ਤੇਰੇ ਸਰੀਰ ਦੇ ਵਿੱਚ ਪ੍ਰਵੇਲ ਕਰੇ। ਤੂੰ ਚਾਹੁੰਦਾ ਹੀ ਨਹੀਂ ਕਿ ਪ੍ਰਭੂ ਤੈਨੂੰ ਚਲਾਵੇ। ਤੂੰ ਡਰਾਈਵਰ ਦੀ ਸੀਟ ਛੱਡਣਾ ਹੀ ਨਹੀਂ ਚਾਹੁੰਦਾ। ਤੂੰ ਬੈਠਾ ਕੰਟਰੋਲ ਆਪਣੇ ਹੱਥ ਦੇ ਵਿੱਚ ਹੀ ਰੱਖਣਾ ਚਾਹੁੰਦਾ ਹੈ। ਇਸੇ ਕਰਕੇ ਹੀ ਜਾਣ ਬੁੱਝ ਕੇ ਤੂੰ ਪ੍ਰਭੂ ਦੇ ਚਰਨਾਂ 'ਚ ਜਾਂਦਾ ਵੀ ਹੈ, ਮੱਥਾ ਟੇਕਦਾ ਵੀ ਹੈ, ਨੱਕ ਰਗੜਦਾ ਵੀ ਹੈ, ਪਰ ਪੂਰੇ ਦਾ ਪੂਰਾ ਸਹੀ ਸਲਾਮਤ ਆਪਣੇ ਆਪ ਨੂੰ ਬਚਾ ਕੇ ਘਰੇ ਮੋੜ ਲਿਆਉਂਦਾ ਹੈ। ਇੱਕ ਗੁਨਾਹ ਤੂੰ ਹੋਰ ਵੱਡਾ ਕਰਦਾ ਹੈ। ਤੂੰ ਪਰਮਾਤਮਾ ਨੂੰ, ਵਾਹਿਗੁਰੂ ਨੂੰ ਇੱਕ ਥਾਂ 'ਤੇ ਬਿਠਾ ਕੇ ਉਹਨੂੰ ਬੇਨਤੀ ਕਰਦਾ ਹੈ ਕਿ ਤੁਸੀਂ ਤਕਲੀਫ ਨਾ ਕਰਿਓ ਮੇਰੇ ਸਰੀਰ ਦੇ ਵਿੱਚ ਆਉਣ ਦੀ। ਮੈਂ 8ਵੇਂ ਦਿਨ, 5ਵੇਂ ਦਿਨ, ਚੌਥੇ ਦਿਨ ਫਿਰ ਆਵਾਂਗਾ। ਫਿਰ ਮੈਂ ਇਹੀ ਸੌਦਾ ਮਾਰਾਂਗਾ ਜਿਹੜਾ ਅੱਜ ਮਾਰਿਆ ਹੈ ਕਿ ਮੈਂ ਇੰਨਾ ਧਨ ਦੇ ਦੇਵਾਂਗਾ, ਤੁਸੀਂ ਮੇਰਾ ਇਹ ਕੰਮ ਕਰ ਦੇਵੋ, ਮੈਂ ਤੁਹਾਨੂੰ ਇਦੋਂ ਵੱਧ ਹੋਰ ਦਾਨ ਕਰ ਦੇਵਾਂਗਾ, ਤੁਸੀਂ ਮੇਰੀ ਇਹ ਲੋੜ ਪੂਰੀ ਕਰ ਦੇਵੋ। ਪਿਆਰਿਆ, ਤੂੰ ਪ੍ਰਭੂ ਨੂੰ ਬੇਵਕੂਫ ਸਮਝ ਰੱਖਿਆ। ਤੂੰ ਡੀਲ ਬਣਾਉਂਦਾ ਉਹਦੇ ਨਾਲ। ਤੂੰ ਤਾਂ ਆਪਣਾ ਵਪਾਰ ਕਰਦਾ, ਬਿਜ਼ਨਸ ਕਰਦਾ। ਯੂ ਡੋਂਟ ਹੈਵ ਐਨੀਥਿੰਗ ਟੂ ਗਿਵ ਹਿਮ। ਫਸਟ ਆਫ ਆਲ, ਤੇਰੇ ਕੋਲ ਦਾਨ ਕਿਹੜਾ ਹੈ? ਤੂੰ ਤਾਂ ਉਹਦੀ ਰਹਿਮਤ ਉੱਤੇ ਜੀ ਰਿਹਾ ਹੈ। ਜਿਹੜਾ ਤੂੰ ਕਹਿੰਦਾ ਮੈਂ ਤੈਨੂੰ ਡੋਨੇਸ਼ਨ ਦੇ ਦੇਵਾਂਗਾ, ਮੇਰੇ ਨਾਲ ਡੀਲ ਬਣਾ ਲੈ। ਝੱਲਿਆ, ਤੇਰੇ ਕੋਲ ਪਹਿਲਾਂ ਹੀ ਕੁਝ ਨਹੀਂ, ਤੂੰ ਦੇ ਕੀ ਸਕਦਾ ਹੈ? ਗੁਰੂ ਨਾਨਕ ਨੇ ਤੈਨੂੰ ਸਮਝਾਇਆ ਵੀ ਆਪਣਾ ਸਿਰ ਭੇਟ ਕਰ ਦੇ, ਆਕੜ ਵਾਲਾ ਸਿਰ। ਫਿਰ ਦੇਖ ਤੈਨੂੰ ਉਹ ਕਿਵੇਂ ਬਚਾਉਂਦਾ ਹੈ। ਫਿਰ ਤਜਰਬਾ ਕਰ ਉਹ ਤੇਰੇ ਵਿੱਚ ਕਿਵੇਂ ਸਮਾਉਂਦਾ, ਕਿਵੇਂ ਤੈਨੂੰ ਇਲਾਹੀ ਖੁਸ਼ੀ ਦਿੰਦਾ। ਉਹੀ ਇਲਾਹੀ ਖੁਸ਼ੀ ਜਿਹੜੀ ਪਿਆਰੇ ਭਗਤਾਂ ਨੂੰ ਦਿੱਤੀ ਹੈ। ਧੰਨੇ ਨੂੰ, ਨਾਮਦੇਵ ਨੂੰ, ਧਰੂ ਨੂੰ, ਪ੍ਰਹਲਾਦ ਨੂੰ, ਸਾਰਿਆਂ ਨੂੰ ਲੁਟਾਈ ਹੈ ਉਸ ਦੀ ਵੀ ਖੁਸ਼ੀ। ਜਦ ਉਹ ਭਰ ਗਏ ਫਿਰ ਉਹਨਾਂ ਨੇ ਵੰਡੀ। ਜਦ ਉਹਨਾਂ ਦੇ ਕਟੋਰੇ ਭਰ ਗਏ ਉਸ ਇਲਾਹੀ ਖੁਸ਼ੀ ਦੇ ਨਾਲ, ਉਹਨਾਂ ਨੇ ਫਿਰ ਖਲਕਤ ਨੂੰ ਲੁਟਾਈ। ਗੁਰੂ ਨਾਨਕ ਨੇ ਜਦੋਂ ਪੂਰੀ ਦੀ ਪੂਰੀ ਆਪਣੀ ਕਮਾਈ, ਆਪਣੇ ਪਿਤਾ ਦੀ ਜੋੜੀ ਹੋਈ ਪੂੰਜੀ 13 ਕਰਕੇ ਵੰਡ ਦਿੱਤੀ, ਝੱਲਿਆ, ਉਹ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਉਹਨੇ ਬਿਲਕਦੀ ਹੋਈ ਲਕਾਈ ਦੀ ਸੇਵਾ ਕੀਤੀ। ਤੂੰ ਗੁਰੂ ਨਾਨਕ ਨੂੰ ਤਾਂ ਮੰਨਦਾ, ਪਰ ਉਹਦੇ ਅਸੂਲਾਂ ਤੋਂ ਕੰਨੀ ਕਤਰਾਉਂਦਾ, ਸਮਰਪਣ ਨਹੀਂ ਕਰਦਾ। ਆਪਣੀ ਸੋਚ ਨੂੰ ਫੇਰ ਅੱਗੇ ਲੈ ਆਉਂਦਾ। ਤੇਰੀ ਸੋਚ ਹੀ ਨਹੀਂ ਹੈ। ਜਿਹੜੀ ਸੋਚ ਨੂੰ ਤੂੰ ਆਪਣੀ ਸੋਚ ਕਹਿਣਾ, ਉਹ ਝੱਲਿਆ ਤੇਰੇ ਕੋਲ ਤੇਰੀ ਮਾਇਆ ਦੀ ਸੋਚ ਹੈ, ਜਿਹੜੀ ਤੈਨੂੰ ਨਚਾਉਂਦੀ ਹੈ। ਇਹ ਸਿੱਖਿਆ ਦਿੰਦੀ ਹੈ ਕਿ ਕੋਈ ਗੱਲ ਨਹੀਂ, ਸਮਾਂ ਬਹੁਤ ਹੈ, ਫਿਕਰ ਨਾ ਕਰ। ਕਹਿੰਦੇ ਹੀ ਹੁੰਦੇ ਆ, ਇਹਨਾਂ ਲੋਕਾਂ ਦਾ ਤਾਂ ਕੰਮ ਹੀ ਇਹ ਹੈ। ਤੂੰ ਡਟਿਆ ਰਹਿ ਮੇਰਾ ਦਾਸ ਬਣ ਕੇ। ਤੂੰ ਮਾਇਆ ਨੂੰ ਦਾਸ ਬਣਾ,
ਗੁਰੂ ਦਾ ਆਸਰਾ ਲੈ ਕੇ। ਫਿਰ ਤਰ ਜਾਵੇਗਾ ਛੋਟੀ ਨਿੱਕੀ ਕੀੜੀ ਦੇ ਵਾਂਗ। ਗੁਰੂ ਪਿਆਰਿਓ, ਅੱਜ ਇੰਨਾ ਹੀ। ਸੱਚੇ ਪਾਤਸ਼ਾਹ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।